ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੀ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਹਫ਼ਤਾਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕਿੰਨੇ ਪੀਆਰ ਦੇ ਸੱਦੇ ਹੋਏ ਜਾਰੀ 3 ਸੂਬਿਆਂ ਵੱਲੋਂ ਡਰਾਅ ਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਨੂੰ ਕਿਉਂ ਛੱਡ ਰਹੇ ਨੇ ਲੋਕ? 28,000 ਲੋਕਾਂ ਨੇ ਛੱਡਿਆ ਸੂਬਾ। ਟਰੂਡੋ ਤੇ ਲੱਗੇ ਇਲਜ਼ਾਮ, ਸਰਕਾਰ ਤੇ ਉੱਠੇ ਕਈ ਸਵਾਲ। ਟਰੂਡੋ ਨੇ ਕਿਸੇ ਦੇ ਸਾਦੇ ਨਿਸ਼ਾਨੇ ਗਲਤ ਜਾਣਕਾਰੀ ਦਾ ਲਗਾਇਆ ਦੋਸ਼। 85 ਵਾਹਨਾਂ ਦੀ ਹੋਈ ਭਿਆਨਕ ਟੱਕਰ, 21 ਵਿਅਕਤੀ ਹੋਏ ਹਾਦਸੇ ਵਿੱਚ ਜ਼ਖਮੀ। 16 ਸੈਂਟੀਮੀਟਰ ਤੱਕ ਹੋਈ ਬਰਫ਼ਬਾਰੀ, ਇੱਕ ਵਾਰ ਫਿਰ ਉਡਾਨਾਂ ਰੱਦ, ਜਨਜੀਵਨ ਹੋਇਆ ਪ੍ਰਭਾਵਿਤ। 900 ਮਿਲੀਅਨ ਲੋਕ ਆਉਣਗੇ ਕੈਨੇਡਾ ਜਾਂ ਫਿਰ ਅਮਰੀਕਾ, ਇਮੀਗ੍ਰੈਂਟਸ ਦੀ ਪਸੰਦ ਬਣਿਆ ਕੈਨੇਡਾ। ਖਾਲੀ ਨੌਕਰੀਆਂ ਵਿੱਚ ਆਈ ਗਿਰਾਵਟ, 2.4% ਦਾ ਅੰਕੜਾ ਕੀਤਾ ਗਿਆ ਸਾਂਝਾ। 900 ਮਿਲੀਅਨ ਦੇ ਕਰੀਬ ਲੋਕ ਅਜਿਹੇ ਨੇ ਜਿਹੜੇ ਆਪਣਾ ਦੇਸ਼ ਪੱਕੇ ਤੌਰ ਦੇ ਉੱਪਰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ। ਇੱਕ ਅੰਕੜਾ ਇਸ ਹਫ਼ਤੇ ਸਾਹਮਣੇ ਆਇਆ ਜਿੱਥੇ ਪਤਾ ਚੱਲਿਆ ਕਿ ਬਹੁਤੇ ਲੋਕ ਅਮਰੀਕਾ ਵਿੱਚ ਜਾਣਾ ਚਾਹੁੰਦੇ ਨੇ ਤੇ ਦੂਸਰੇ ਨੰਬਰ ਦੇ ਉੱਪਰ ਸਥਾਨ ਕੈਨੇਡਾ ਦਾ ਹੈ ਜਿੱਥੇ ਲੋਕ ਆ ਕੇ ਪੱਕੇ ਤੌਰ ਦੇ ਉੱਪਰ ਰਹਿਣਾ ਚਾਹੁੰਦੇ ਨੇ। ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕਿੰਨੇ ਲੋਕਾਂ ਵਾਸਤੇ ਕਿਹੜਾ ਦੇਸ਼ ਇਸ ਸਮੇਂ ਪਹਿਲੀ ਪਸੰਦ ਬਣਿਆ ਹੋਇਆ ਹੈ। ਰਿਪੋਰਟ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਸ ਬਾਰੇ ਇੱਕ ਤਾਜ਼ਾ ਪੋਲ ਦੇ ਵਿੱਚ ਵੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪਤਾ ਚੱਲਿਆ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੈਨੇਡਾ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ। ਨਵੇਂ ਲੋਕਾਂ ਵਾਸਤੇ ਦੂਸਰੀ ਪਸੰਦੀਦਾ ਜਗ੍ਹਾ ਕੈਨੇਡਾ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੈਨੇਡਾ ਦਾ ਸਥਾਨ ਦੂਸਰੇ ਨੰਬਰ ਤੇ ਦਰਜ ਕੀਤਾ ਗਿਆ ਹੋਵੇ। ਬਹੁਤੇ ਲੋਕ ਇਸ ਸਮੇਂ ਅਮਰੀਕਾ ਜਾਣ ਦੀ ਰੁਚੀ ਰੱਖ ਰਹੇ ਹਨ। ਦੱਸਦੀਏ ਕਿ ਗਲੋਬਲ ਐਨਾਲਿਟਿਕਸ ਅਤੇ ਐਡਵਾਈਸ ਫਰਮ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿੱਥੇ ਪਤਾ ਚੱਲਿਆ ਕਿ ਜਿਹੜੇ ਲੋਕ ਦੂਸਰੇ ਦੇਸ਼ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਉਹਨਾਂ ਵਿੱਚੋਂ ਬਹੁਤਿਆਂ ਦੀ ਪਸੰਦ ਯੂਨਾਈਟਿਡ ਸਟੇਟਸ ਜਾਣੀ ਕਿ ਅਮਰੀਕਾ ਹੈ ਤੇ ਦੂਸਰੇ ਨੰਬਰ ਤੇ ਸਥਾਨ ਕੈਨੇਡਾ ਦਾ ਆਇਆ। ਇਸ ਤਰ੍ਹਾਂ ਦਾ ਅੰਕੜਾ ਸਾਲ 2018 ਤੋਂ ਬਾਅਦ ਪਹਿਲੀ ਵਾਰ ਸਾਂਝਾ ਕੀਤਾ ਗਿਆ ਹੈ। ਪੋਲ ਦੱਸਦਾ ਹੈ ਕਿ ਸਾਲ 2021 ਦੇ ਵਿੱਚ 900 ਮਿਲੀਅਨ ਲੋਕ ਅਜਿਹੇ ਹਨ ਜਿਹੜੇ ਕਿ ਦੂਸਰੇ ਦੇਸ਼ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ। ਅੰਕੜੇ ਦੱਸਦੇ ਹਨ ਕਿ ਸਾਲ 2011 ਤੋਂ ਸਾਲ 2021 ਦੌਰਾਨ 12% ਤੋਂ 16% ਲੋਕ ਅਜਿਹੇ ਹਨ ਜਿਹੜੇ ਕਿ ਪੱਕੇ ਤੌਰ ਦੇ ਉੱਪਰ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਰਹਿਣਾ ਚਾਹੁੰਦੇ ਨੇ। ਇਹ ਡਾਟਾ ਦੱਸਦਾ ਹੈ ਕਿ ਕੋਰੋਨਾ ਪੈਂਡੇਮਿਕ ਦਾ ਕੋਈ ਵੀ ਅਜਿਹਾ ਅਸਰ ਨਹੀਂ ਪਿਆ ਕਿ ਲੋਕ ਮਾਈਗ੍ਰੇਟ ਨਹੀਂ ਕਰਨਾ ਚਾਹੁੰਦੇ। ਅਜਿਹੇ ਵਿੱਚ ਕੈਨੇਡਾ ਵੀ ਬਹੁਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਮੀਗ੍ਰੈਂਟਸ ਵਾਸਤੇ ਕੈਨੇਡਾ ਇੱਕ ਬਹੁਤ ਪ੍ਰਸਿੱਧ ਡੈਸਟੀਨੇਸ਼ਨ ਹੈ। ਪਿਛਲੇ ਸਾਲਾਂ ਦੇ ਵਿੱਚ ਇਹ ਅੰਕੜਾ ਵਾਧਾ ਹੋਇਆ ਦਿਖਾਈ ਦਿੱਤਾ। ਦੱਸੀਏ ਕਿ ਜਿਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਨ ਤਾਂ ਉਹਨਾਂ ਵੱਲੋਂ ਐਂਟੀ ਇਮੀਗ੍ਰੇਸ਼ਨ ਨੀਤੀਆਂ ਲਿਆਂਦੀਆਂ ਗਈਆਂ ਜਿਸ ਤੋਂ ਬਾਅਦ ਬਹੁਤੇ ਲੋਕ ਅਮਰੀਕਾ ਨਹੀਂ ਜਾਣਾ ਚਾਹੁੰਦੇ ਸਨ। ਜਿਹੜੇ ਲੋਕ ਆਪਣਾ ਦੇਸ਼ ਛੱਡਣਾ ਚਾਹੁੰਦੇ ਨੇ ਉਹਨਾਂ ਵਿੱਚ ਵੱਡਾ ਅੰਕੜਾ ਸਿਆਰਾ ਲਿਓਨਾ ਦੇ ਨਾਲ ਜੁੜੇ ਹੋਏ ਲੋਕਾਂ ਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੈਂਟਸ ਦੇ ਸਵਾਗਤ ਦਾ ਟਾਰਗੇਟ ਰੱਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਿੱਥੇ ਦੱਸਿਆ ਗਿਆ ਹੈ ਕਿ ਕਿੰਨੇ ਮਾਈਗ੍ਰੈਂਟਸ ਦਾ ਹੁਣ ਸਵਾਗਤ ਕੀਤਾ ਜਾਵੇਗਾ। ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ ਵਾਧਾ ਹੋਇਆ। ਇਸ ਹਫ਼ਤੇ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ ਨਵੇਂ ਕਿਰਾਏਦਾਰਾਂ ਵਾਸਤੇ ਇੱਕ ਸਾਲ ਦੌਰਾਨ ਕਿਰਾਏ ਦੇ ਵਿੱਚ ਕਿੰਨਾ ਵਾਧਾ ਦਰਜ ਕੀਤਾ ਗਿਆ। ਅੰਕੜਿਆਂ ਮੁਤਾਬਕ 18% ਦੇ ਵਾਧੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਵੇਂ ਕਿਰਾਏਦਾਰਾਂ ਵਾਸਤੇ ਕਿਰਾਇਆ ਕਿੰਨਾ ਵਧਿਆ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਇੱਕ ਰਿਪੋਰਟ ਦੇ ਵਿੱਚ ਪਤਾ ਚੱਲਿਆ ਹੈ ਕਿ ਪਿਛਲੇ ਸਾਲ ਨਵੇਂ ਕਿਰਾਏਦਾਰਾਂ ਵਾਸਤੇ ਔਸਤ ਕਿਰਾਇਆ 18% ਤੋਂ ਜ਼ਿਆਦਾ ਵਧਿਆ। ਕੈਨੇਡਾ ਵਿੱਚ ਪਿਛਲੇ ਸਾਲ ਕਿਰਾਏ ਦੇ ਮਕਾਨਾਂ ਦੀ ਵਧੀ ਮੰਗ ਕਾਰਨ ਰੈਂਟਲ ਮਾਰਕੀਟ ਪਿਛਲੇ 2 ਦਹਾਕਿਆਂ ਵਿੱਚ ਸਭ ਤੋਂ ਉਤਲੇ ਪੱਧਰ ਤੇ ਪਹੁੰਚੀ। ਅਪਾਰਟਮੈਂਟਾਂ ਦੇ ਖਾਲੀ ਪਏ ਹੋਣ ਦੀ ਦਰ 2% ਤੋਂ ਵੀ ਘੱਟ ਦਰਜ ਕੀਤੀ ਗਈ ਤੇ ਨਵੇਂ ਕਿਰਾਏਦਾਰਾਂ ਵਾਸਤੇ ਕਿਰਾਏ ਵਿੱਚ 18% ਤੋਂ ਜ਼ਿਆਦਾ ਵਾਧਾ ਕੀਤਾ ਗਿਆ। ਕੈਨੇਡਾ ਹਾਊਸਿੰਗ ਐਂਡ ਮਾਰਗੇਜ ਕਾਰਪੋਰੇਸ਼ਨ ਦੀ ਸਾਲਾਨਾ ਰਿਪੋਰਟ ਤੋਂ ਇਸ ਬਾਰੇ ਜਾਣਕਾਰੀ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਨਵੇਂ ਕਿਰਾਏਦਾਰਾਂ ਵਾਸਤੇ ਕਿੰਨਾ ਕਿਰਾਇਆ ਵਧਿਆ। ਦੱਸੀਏ ਕਿ ਅਪਾਰਟਮੈਂਟ ਦੀ ਵਧਦੀ ਮੰਗ ਕਾਰਨ ਉਹਨਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਤੇ ਔਸਤ ਕਿਰਾਇਆ ਵੀ $1,258 ਪ੍ਰਤੀ ਮਹੀਨਾ ਪਹੁੰਚ ਗਿਆ। ਇਹ ਇੱਕ ਸਾਲ ਪਹਿਲਾਂ ਦੇ ਪੱਧਰ ਦੀ ਤੁਲਨਾ ਵਿੱਚ 5.6% ਵਾਧਾ ਹੈ ਤੇ ਪਿਛਲੇ 30 ਸਾਲਾਂ ਦੀ ਸਾਲਾਨਾ ਔਸਤ ਨਾਲੋਂ ਦੁੱਗਣਾ ਹੈ। ਜਿਨ੍ਹਾਂ ਅਪਾਰਟਮੈਂਟਾਂ ਵਿੱਚ ਕਿਰਾਏਦਾਰ ਬਦਲੇ ਹਨ ਉੱਥੇ ਕਿਰਾਏ ਵਿੱਚ 18.9% ਵਾਧਾ ਹੋਇਆ। ਜਿੱਥੇ ਕਿਰਾਏਦਾਰ ਨਹੀਂ ਬਦਲੇ ਉੱਥੇ ਕਿਰਾਏ ਵਿੱਚ 2.9% ਵਾਧਾ ਹੋਇਆ। ਕੈਨੇਡਾ ਦੇ 2 ਵੱਡੇ ਸ਼ਹਿਰਾਂ ਵਿੱਚ ਔਸਤ ਕਿਰਾਏ ਵਾਧੇ ਦਾ ਪਾੜਾ ਹੋਰ ਵੀ ਡੂੰਘਾ ਦਰਜ ਹੋਇਆ। ਨਵੇਂ ਕਿਰਾਏਦਾਰਾਂ ਦੀ ਸਥਿਤੀ ਵਿੱਚ ਟੋਰਾਂਟੋ ਦੇ ਯੂਨਿਟ ਵਿੱਚ ਕਿਰਾਇਆ 29% ਉੱਪਰ ਗਿਆ ਤੇ ਵੈਨਕੂਵਰ ਵਿੱਚ 24% ਉੱਪਰ ਗਿਆ। ਇਸ ਹਫ਼ਤੇ ਕਈ ਹਿੱਸੇ
ਮੌਸਮ ਦੇ ਕਾਰਨ ਪ੍ਰਭਾਵਿਤ ਹੋਏ ਨੇ। ਬਹੁਤੀਆਂ ਥਾਵਾਂ ਦੇ ਉੱਪਰ ਸਨੋ ਪਈ ਹੈ, ਕਈ ਥਾਵਾਂ ਦੇ ਉੱਪਰ ਤਾਂ 16 ਸੈਂਟੀਮੀਟਰ ਤੱਕ ਸਨੋ ਪਈ, ਜਿਸ ਤੋਂ ਬਾਅਦ ਸਕੂਲ ਤਾਂ ਖੁੱਲੇ ਰਹੇ ਪਰ ਹੋਰ ਚੀਜ਼ਾਂ ਪ੍ਰਭਾਵਿਤ ਹੋਈਆਂ। ਉਡਾਨਾਂ ਰੱਦ ਹੋ ਗਈਆਂ ਤੇ ਯਾਤਰੀਆਂ ਨੂੰ ਇਹ ਗੱਲ ਕਹੀ ਗਈ ਕਿ ਜੇਕਰ ਉਹ ਸਫ਼ਰ ਕਰਨਾ ਚਾਹੁੰਦੇ ਨੇ ਤਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਦੇਖਣ ਤੇ ਬਾਅਦ ਦੇ ਵਿੱਚ ਹੀ ਘਰੋਂ ਨਿਕਲਣ। GTA ਵਿੱਚ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਜਨਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਗਿਆ। ਇਸ ਦੌਰਾਨ ਕਈ ਉਡਾਨਾਂ ਵੀ ਰੱਦ ਕਰਨੀਆਂ ਪੈ ਗਈਆਂ। ਜੀ ਹਾਂ, GTA ਵਿੱਚ ਜੋ ਬਰਫੀਲਾ ਤੂਫਾਨ ਆਇਆ ਉਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ। 에ਅਰਪੋਰਟ ਨੇ ਇਸ ਦੀ ਜਾਣਕਾਰੀ ਆਪਣੀ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ, ਜਿੱਥੇ ਉਹਨਾਂ ਦੱਸਿਆ ਕਿ ਟੋਰਾਂਟੋ ਤੋਂ ਰਵਾਨਾ ਹੋਣ ਵਾਲੀਆਂ 26% ਤੋਂ ਵੱਧ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਇੱਥੇ ਪਹੁੰਚਣ ਵਾਲੀਆਂ 27% ਤੋਂ ਵੱਧ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਸਭ ਬਾਰੇ 에ਅਰਪੋਰਟ ਦਾ ਕਹਿਣਾ ਹੈ ਕਿ ਉਡਾਨਾਂ ਵਿੱਚ ਦੇਰੀ ਅਤੇ ਰੱਦ ਹੋਣ ਦੀ ਉਮੀਦ ਹੈ। ਇਸ ਕਾਰਨ ਯਾਤਰੀ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਨ ਦਾ ਸਟੇਟਸ ਜ਼ਰੂਰ ਦੇਖ ਲੈਣ। ਹਾਈਵੇਜ਼ ਅਤੇ ਸੜਕਾਂ ਤੋਂ ਲਗਾਤਾਰ ਬਰਫ਼ ਹਟਾਉਣ ਵਾਸਤੇ ਕੰਮਕਾਜ ਜਾਰੀ ਹੈ, ਪਰ ਬਰਫ਼ਬਾਰੀ ਦੌਰਾਨ ਕੁਝ ਨਿੱਕੇ ਸੜਕ ਹਾਦਸੇ ਵੀ ਰਿਪੋਰਟ ਹੋਏ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕੋਈ ਬਹੁਤੀ ਜ਼ਰੂਰਤ ਹੈ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ, ਨਹੀਂ ਤਾਂ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਦੱਸ ਦਈਏ ਕਿ ਬਰਫ਼ਬਾਰੀ ਕਾਰਨ ਸਕੂਲ ਬੱਸਾਂ ਵੀ ਕੈਂਸਲ ਕਰ ਦਿੱਤੀਆਂ ਗਈਆਂ। ਟੋਰਾਂਟੋ, ਪੀਲ, ਯਾਰਕ, ਹਾਲਟਨ ਅਤੇ ਡੋਰਮ ਪਬਲਿਕ ਤੇ ਕੈਥਲਿਕ ਸਕੂਲਾਂ ਦੇ ਵਿੱਚ ਬੱਸਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਕੂਲ ਬੋਰਡ ਨੇ ਕਿਹਾ ਕਿ ਸਾਰੇ ਸਕੂਲ ਖੁੱਲ੍ਹੇ ਰਹਿਣਗੇ। এনवायरमेंट ਕੈਨੇਡਾ ਦਾ ਇਸ ਸਭ ਬਾਰੇ ਕਹਿਣਾ ਹੈ ਕਿ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਪੀਅਰਸਨ 에ਅਰਪੋਰਟ ਤੇ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ। ਇਹ ਬਰਫ਼ਬਾਰੀ ਬੁੱਧਵਾਰ ਵਾਲੇ ਦਿਨ ਹੋਈ ਹੈ। ਬਰੈਂਪਟਨ ਵਿੱਚ 15 ਸੈਂਟੀਮੀਟਰ ਅਤੇ ਓਕਵਿਲ ਵਿੱਚ 16 ਸੈਂਟੀਮੀਟਰ ਬਰਫ਼ਬਾਰੀ ਰਿਪੋਰਟ ਕੀਤੀ ਗਈ ਹੈ। GTA ਵਿੱਚ 15 ਤੋਂ 20 ਸੈਂਟੀਮੀਟਰ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਸੀ। ਐਤਵਾਰ ਨੂੰ ਹੋਰ ਬਰਫ਼ਬਾਰੀ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਸਭ ਬਾਰੇ এনवायरमेंट ਕੈਨੇਡਾ ਲਗਾਤਾਰ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਸਾਂਝੀ ਕਰ ਰਿਹਾ ਹੈ ਤੇ ਮੌਸਮ ਬਾਰੇ ਉਹਨਾਂ ਵੱਲੋਂ ਅਪਡੇਟ ਦਿੱਤੀ ਜਾ ਰਹੀ ਹੈ। ਕੈਨੇਡਾ ਵਿੱਚ ਇਸ ਸਮੇਂ ਕਾਫੀ ਨੌਕਰੀਆਂ ਖਾਲੀ ਪਈਆਂ ਨੇ। ਖਾਲੀ ਨੌਕਰੀਆਂ ਦੇ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਹਨਾਂ ਨੌਕਰੀਆਂ ਨੂੰ ਭਰਨ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਸਰਕਾਰ ਵੱਲੋਂ ਵੀ ਇਮੀਗ੍ਰੇਸ਼ਨ ਦੇ ਪੱਧਰ ਤੇ ਕਈ ਕਦਮ ਚੁੱਕੇ ਗਏ ਹਨ। ਇਹ ਖਾਲੀ ਪਈਆਂ ਨੌਕਰੀਆਂ ਦਾ ਅੰਕੜਾ ਹੇਠਾਂ ਆਇਆ, ਜਿਸ ਬਾਰੇ ਇਸ ਹਫ਼ਤੇ ਜਾਣਕਾਰੀ ਸਾਂਝੀ ਕੀਤੀ ਗਈ। ਕੈਨੇਡਾ ਤੋਂ ਖਾਲੀ ਨੌਕਰੀਆਂ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਖਾਲੀ ਨੌਕਰੀਆਂ ਦੀ ਗਿਣਤੀ ਘੱਟ ਹੋਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਨਵੰਬਰ ਮਹੀਨੇ ਦੇ ਬਾਰੇ ਅੰਕੜਾ ਸਾਂਝਾ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਖਾਲੀ ਨੌਕਰੀਆਂ ਘੱਟ ਦਰਜ ਕੀਤੀਆਂ ਗਈਆਂ ਨੇ। ਅਗਸਤ ਸਾਲ 2021 ਦੀ ਤੁਲਨਾ ਦੇ ਵਿੱਚ ਇਸ ਅੰਦਰ ਇੱਕ ਵੱਡੀ ਗਿਰਾਵਟ ਦੱਸੀ ਜਾ ਰਹੀ ਹੈ। ਏਜੰਸੀ ਦੇ ਅੰਕੜੇ ਦੱਸਦੇ ਨੇ ਕਿ ਨਵੰਬਰ ਮਹੀਨੇ ਖਾਲੀ ਪਈਆਂ ਨੌਕਰੀਆਂ 2.4% ਦੇ ਨਾਲ ਘੱਟ ਦਰਜ ਕੀਤੀਆਂ ਗਈਆਂ। ਹੁਣ ਲਗਾਤਾਰ ਖਾਲੀ ਪਈਆਂ ਨੌਕਰੀਆਂ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਾਸਤੇ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਲੇਬਰ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦੱਸਦੇ ਨੇ ਕਿ ਜੂਨ 2021 ਦੀ ਤੁਲਨਾ ਦੇ ਵਿੱਚ ਖਾਲੀ ਨੌਕਰੀਆਂ ਦੀ ਗਿਣਤੀ 4.8% ਦੇ ਨਾਲ ਘੱਟ ਹੋਈ ਹੈ। ਇੱਕ ਖਾਲੀ ਨੌਕਰੀਆਂ ਦਾ ਅੰਕੜਾ ਸਭ ਤੋਂ ਵੱਧ ਸਾਇੰਟਿਫਿਕ ਅਤੇ ਟੈਕਨੀਕਲ ਸਰਵਿਸਿਜ਼ ਕੈਟਾਗਰੀ ਦੇ ਵਿੱਚ ਘੱਟ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੈਲਥ ਕੇਅਰ ਦੇ ਵਿੱਚ ਤੇ ਸੋਸ਼ਲ ਅਸਿਸਟੈਂਸ ਦੇ ਵਿੱਚ ਇਹ ਅੰਕੜਾ 18.1% ਅਤੇ 12.8% ਦਾ ਦੱਸਿਆ ਜਾ ਰਿਹਾ ਹੈ। ਨਿਰਮਾਣ ਖੇਤਰ ਦੇ ਵਿੱਚ ਵੈਕੈਂਸੀਜ਼ ਦਾ ਅੰਕੜਾ ਵੱਧ ਹੋਇਆ, ਜਿਸ ਵਾਸਤੇ 16.6% ਦੀ ਗਿਣਤੀ ਦੱਸੀ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਇਹ ਰਿਪੋਰਟ ਕਾਫੀ ਚੀਜ਼ਾਂ ਬਿਆਨ ਕਰ ਰਹੀ ਹੈ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ 3 ਸੂਬਿਆਂ ਵੱਲੋਂ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। 3 ਸੂਬਿਆਂ ਵੱਲੋਂ PNP ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ। ਕਈ ਸੂਬਿਆਂ ਵੱਲੋਂ ਤਾਜ਼ਾ ਡਰਾਅ ਦਾ ਐਲਾਨ ਕੀਤਾ ਗਿਆ। ਇਨ੍ਹਾਂ ਡਰਾਅ ਦੇ ਰਾਹੀਂ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। IRCC ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਸੂਬੇ ਵੱਲੋਂ PNP ਡਰਾਅ ਦੇ ਜ਼ਰੀਏ ਕਿੰਨੇ ਉਮੀਦਵਾਰਾਂ ਨੂੰ ਸੱਦੇ ਦਿੱਤੇ ਹਨ। ਇਹ ਨਤੀਜੇ 22 ਜਨਵਰੀ ਤੋਂ 27 ਜਨਵਰੀ ਦੌਰਾਨ ਜਿਹੜੇ ਡਰਾਅ ਕੱਢੇ ਗਏ ਉਹਨਾਂ ਦੇ ਸਾਂਝੇ ਕੀਤੇ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਓਨਟਾਰੀਓ ਸੂਬੇ ਦੀ। ਓਨਟਾਰੀਓ ਸੂਬੇ ਵੱਲੋਂ 24 ਜਨਵਰੀ ਦੌਰਾਨ ਡਰਾਅ ਕੱਢਿਆ ਗਿਆ, ਜਿੱਥੇ ਕੁੱਲ 620 ਸੱਦੇ
ਕੇ ਉਹਨਾਂ ਵੱਲੋਂ ਜਾਰੀ ਕੀਤੇ ਗਏ। ਸੂਬੇ ਵੱਲੋਂ ਇਹ ਜਿਹੜਾ ਡਰਾ ਕੱਢਿਆ ਗਿਆ ਇਹ ਜਨਰਲ ਡਰਾ ਸੀ, ਜਿਸ ਦਾ ਮਤਲਬ ਹੈ ਕਿ ਇਸ ਦੇ ਵਿੱਚ ਕੋਈ ਵੀ ਟਾਰਗੇਟਡ ਆਕੂਪੇਸ਼ਨ ਨਹੀਂ ਸੀ। ਉਮੀਦਵਾਰਾਂ ਵਾਸਤੇ ਜ਼ਰੂਰੀ ਸੀ ਕਿ ਉਹਨਾਂ ਕੋਲ ਘੱਟੋ-ਘੱਟ 82 ਅੰਕ ਹੋਣ ਤਾਂ ਕਿ ਉਹਨਾਂ ਨੂੰ ਸੱਦਾ ਮਿਲ ਸਕੇ। ਇਸ ਤੋਂ ਇਲਾਵਾ ਓਨਟਾਰੀਓ ਸੂਬੇ ਵੱਲੋਂ 692 ਉਹਨਾਂ ਉਮੀਦਵਾਰਾਂ ਨੂੰ ਵੀ ਸੱਦੇ ਜਾਰੀ ਕੀਤੇ ਗਏ ਜੋ ਕਿ ਮਾਸਟਰਸ ਗ੍ਰੈਜੂਏਟ ਸਟਰੀਮ ਨਾਲ ਜੁੜੇ ਹੋਏ ਸਨ। ਇਹ ਡਰਾ 25 ਜਨਵਰੀ ਦੌਰਾਨ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ। ਇਸ ਸੂਬੇ ਵੱਲੋਂ 24 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਡਰਾ ਕੱਢਿਆ ਗਿਆ, ਜਿਸ ਵਿੱਚ 221 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇਹ ਉਮੀਦਵਾਰ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਕੈਟਾਗਰੀ ਦੇ ਨਾਲ ਜੁੜੇ ਹੋਏ ਸਨ। ਇਨਵੀਟੇਸ਼ਨ ਹਾਸਲ ਕਰਨ ਵਾਸਤੇ ਉਮੀਦਵਾਰਾਂ ਕੋਲ 82 ਤੋਂ 102 ਦੇ ਵਿਚਕਾਰ ਅੰਕ ਹੋਣੇ ਜ਼ਰੂਰੀ ਰਹੇ। ਇਸ ਤੋਂ ਇਲਾਵਾ ਪ੍ਰੋਵਿੰਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ 31 अर्ਲੀ ਚਾਈਲਡਹੁੱਡ ਐਜੂਕੇਟਰਸ ਅਤੇ ਅਸਿਸਟੈਂਟਸ ਨੂੰ ਸੱਦੇ ਦਿੱਤੇ ਗਏ, ਜਿਸ ਵਾਸਤੇ 60 ਅੰਕਾਂ ਦੀ ਜ਼ਰੂਰਤ ਰਹੀ। 18 ਹੈਲਥ ਕੇਅਰ ਵਰਕਰ ਜਿਹੜੇ ਕਿ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ 60 ਅੰਕਾਂ ਦੀ ਜ਼ਰੂਰਤ ਰਹੀ। ਇਸ ਤੋਂ ਇਲਾਵਾ ਅਦਰ ਇਨ ਡਿਮਾਂਡ ਆਕੂਪੇਸ਼ਨਸ ਦੇ ਰਾਹੀਂ ਵੀ ਸੱਦੇ ਜਾਰੀ ਕੀਤੇ ਗਏ ਨੇ। ਮੈਨੀਟੋਬਾ ਸੂਬੇ ਵੱਲੋਂ ਵੀ ਇੱਕ ਡਰਾ ਐਲਾਨ ਕੀਤਾ ਗਿਆ। 26 ਜਨਵਰੀ ਦੇ ਡਰਾ ਦੌਰਾਨ ਉਹਨਾਂ ਵੱਲੋਂ 336 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ। ਸਕਿਲਡ ਵਰਕਰਸ ਇਨ ਮੈਨੀਟੋਬਾ ਰਾਹੀਂ 253 ਸੱਦੇ ਦਿੱਤੇ ਗਏ ਤੇ ਘੱਟੋ-ਘੱਟ 726 ਅੰਕਾਂ ਦੀ ਜ਼ਰੂਰਤ ਰਹੀ। ਸਕਿਲਡ ਵਰਕਰਸ ਓਵਰਸੀਜ਼ ਰਾਹੀਂ 23 ਸੱਦੇ ਜਾਰੀ ਕੀਤੇ ਗਏ, 713 ਅੰਕਾਂ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਰਾਹੀਂ 60 ਇਨਵੀਟੇਸ਼ਨ ਜਾਰੀ ਕੀਤੇ ਗਏ ਤੇ ਇਸ ਵਾਸਤੇ ਕੋਈ ਵੀ ਅੰਕਾਂ ਦੀ ਜ਼ਰੂਰਤ ਨਹੀਂ ਸੀ। ਸਰੀ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਜਿੱਥੇ ਨਵੀਂ ਯੋਜਨਾ ਲਿਆਂਦੀ ਜਾ ਰਹੀ ਹੈ। ਇਹ ਯੋਜਨਾ ਐਂਟੀ ਰੇਸਿਜ਼ਮ ਦੇ ਨਾਲ ਜੁੜੀ ਹੋਈ ਹੈ, ਜਿਸ ਬਾਰੇ ਮੰਤਰਾਲੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੱਸਿਆ ਗਿਆ ਕਿ ਇਸ ਪਲਾਨ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ। ਸਰੀ ਦੇ ਸਕੂਲ ਬਾਕੀ ਪ੍ਰਾਂਤ ਦੇ ਸਕੂਲਾਂ ਨਾਲੋਂ BC ਦੀਆਂ ਵਿਦਿਅਕ ਇਮਾਰਤਾਂ ਵਿੱਚ ਨਸਲਵਾਦ ਨੂੰ ਹੱਲ ਕਰਨ ਲਈ ਇੱਕ ਨਵੀਂ ਕਾਰਜ ਯੋਜਨਾ ਪੇਸ਼ ਕਰਨਗੇ। ਇੱਕ ਅਜਿਹਾ ਮੁੱਦਾ ਜਿਸ ਨੂੰ 2021 ਵਿੱਚ ਸਰੀ ਸਕੂਲ ਜ਼ਿਲ੍ਹੇ ਸੂਬੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਵਿੱਚ ਇੱਕ ਚਿੰਤਾ ਵਜੋਂ ਸਵੀਕਾਰ ਕੀਤਾ ਗਿਆ ਸੀ। ਸਿੱਖਿਆ ਅਤੇ ਬਾਲ ਦੇਖਭਾਲ ਮੰਤਰਾਲੇ ਨੇ ਸੋਮਵਾਰ 23 ਜਨਵਰੀ ਨੂੰ ਸਕੂਲਾਂ ਵਿੱਚ ਨਸਲਵਾਦ ਨੂੰ ਸਰਗਰਮੀ ਨਾਲ ਸੰਬੋਧਿਤ ਕਰਕੇ ਵਿਦਿਆਰਥੀਆਂ ਅਤੇ ਸਿੱਖਿਅਕਾਂ ਨੂੰ ਸਸ਼ਕਤ ਕਰਨ ਦੇ ਤਰੀਕੇ ਵਜੋਂ ਕਾਰਜ ਯੋਜਨਾ ਦੀ ਘੋਸ਼ਣਾ ਕੀਤੀ। ਸਰੀ ਦੇ ਵਿਦਿਆਰਥੀਆਂ, ਸਿੱਖਿਅਕਾਂ ਅਤੇ ਮਾਪਿਆਂ ਦੁਆਰਾ ਨਸਲਵਾਦ ਵਿੱਚ ਵਿਤਕਰੇ ਦੇ ਅਨੁਭਵਾਂ ਦਾ ਵੇਰਵਾ ਇੱਕ ਰਿਪੋਰਟ ਵਿੱਚ ਦਿੱਤਾ ਗਿਆ ਸੀ, ਜੋ ਕਿ ਬਸੰਤ 2021 ਵਿੱਚ ਕੀਤੀ ਗਈ ਅਤੇ ਸਤੰਬਰ 2022 ਵਿੱਚ ਜਾਰੀ ਕੀਤੀ ਗਈ ਸੀ। ਕਿਉਂਕਿ ਰਿਪੋਰਟ ਜਨਤਕ ਤੌਰ ਤੇ ਜਾਰੀ ਕੀਤੀ ਗਈ ਸੀ, ਸਕੂਲ ਡਿਸਟ੍ਰਿਕਟ ਨੰਬਰ 36 ਨੇ JB ਮਾਹਲੀ ਦੀ ਅਗਵਾਈ ਵਿੱਚ ਇੱਕ ਨਸਲੀ ਸਮਾਨਤਾ ਵਿਭਾਗ ਦੀ ਸਥਾਪਨਾ ਕੀਤੀ। ਸਰੀ ਸਕੂਲਾਂ ਤੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਕਿ ਮਾਹਲੀ ਸਕੂਲੀ ਭਾਈਚਾਰੇ ਵਿੱਚ ਹੋਰ BIPOC ਵਿਅਕਤੀਆਂ ਦੇ ਸੰਬੰਧ ਵਿੱਚ ਜ਼ਿਲ੍ਹੇ ਲਈ 5 ਸਾਲਾ ਯੋਜਨਾ ਬਣਾਏਗੀ। ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਸੰਸਦੀ ਸਕੱਤਰ ਮੇਬਲ ਐਲਮੋਰ ਨੇ ਸਿੱਖਿਆ ਅਤੇ ਬਾਲ ਮੰਤਰਾਲੇ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪੀੜ੍ਹੀਆਂ ਲਈ ਆਦੀਵਾਸੀ, ਬਲੈਕਸ ਅਤੇ ਰੰਗ ਦੇ ਲੋਕਾਂ ਨੇ ਇੱਕ ਅਜਿਹੀ ਪ੍ਰਣਾਲੀ ਵਿੱਚ ਫਿੱਟ ਹੋਣ ਲਈ ਕੰਮ ਕੀਤਾ ਹੈ ਜੋ ਜ਼ਰੂਰੀ ਤੌਰ ਤੇ ਉਹਨਾਂ ਲਈ ਨਹੀਂ ਬਣਾਇਆ ਗਿਆ ਸੀ। K-12 ਨਸਲਵਾਦ ਵਿਰੋਧੀ ਐਕਸ਼ਨ ਪਲਾਨ ਵਿਦਿਆਰਥੀਆਂ ਅਤੇ ਸਿੱਖਿਅਕਾਂ ਨੂੰ ਇਹ ਸਿੱਖਣ ਵਿੱਚ ਮਦਦ ਕਰੇਗਾ ਕਿ ਕਿਵੇਂ ਵਧੇਰੇ ਸਮਾਵੇਸ਼ੀ ਅਤੇ ਬਰਾਬਰੀ ਵਾਲੇ ਸਿੱਖਣ ਦੇ ਮਾਹੌਲ ਨੂੰ ਬਣਾਉਣਾ ਹੈ, ਇਸ ਲਈ ਹੋਰ ਵਿਦਿਆਰਥੀਆਂ ਨੂੰ ਸਫਲ ਹੋਣ ਦੇ ਬਰਾਬਰ ਮੌਕੇ ਮਿਲਣ। ਇਹ ਐਕਸ਼ਨ ਪਲਾਨ ਸਾਡੀਆਂ ਸੰਸਥਾਵਾਂ ਨੂੰ ਡੀਕੋਲੋਨਾਈਜ਼ ਕਰਨ ਅਤੇ ਇੱਕ ਬਿਹਤਰ BC ਬਣਾਉਣ ਲਈ ਸਾਡੀ ਮਦਦ ਕਰੇਗਾ। ਹਰ ਕਿਸੇ ਲਈ ਕਿਹਾ ਗਿਆ ਕਿ ਸਰੀ ਅਤੇ ਵਾਈਟ ਰੌਕ ਖੇਤਰਾਂ ਵਿੱਚ ਸਤੰਬਰ 2022 ਵਿੱਚ ਬੋਰਡ ਦੁਆਰਾ ਪ੍ਰਵਾਨਿਤ ਸਿਫਾਰਸ਼ਾਂ ਦੀ ਇੱਕ ਸੂਚੀ ਦੀ ਵਰਤੋਂ ਕਰਕੇ 5 ਸਾਲਾ ਯੋਜਨਾ ਤਿਆਰ ਕੀਤੀ ਜਾਏਗੀ। ਲੌਰੀ ਲਾਰਸਨ ਸਕੂਲ ਬੋਰਡ ਦੀ ਚੇਅਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਟਾਫ ਅਤੇ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਦੇਖਭਾਲ ਵਾਲਾ ਮਾਹੌਲ ਬਣਾਉਣ ਬਾਰੇ ਸਪਸ਼ਟ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ, ਪਰ ਉਹ ਇਹ ਵੀ ਮੰਨਦੇ ਹਨ ਕਿ ਹਾਲੇ ਬਹੁਤ ਕੰਮ ਕਰਨ ਦੀ ਲੋੜ ਹੈ। ਜਿਨ੍ਹਾਂ ਵੱਲੋਂ COVID-19 ਵੈਕਸੀਨ ਹਾਸਲ ਨਹੀਂ ਕੀਤਾ ਗਿਆ, ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਕਿਹਾ ਗਿਆ ਕਿ ਵੈਕਸੀਨੇਸ਼ਨ ਹਾਸਲ ਕਰਨੀ ਜ਼ਰੂਰੀ ਹੈ ਤੇ ਵੱਧ ਤੋਂ ਵੱਧ ਲੋਕ ਇਹ ਟੀਕਾ ਜ਼ਰੂਰ ਲਗਵਾਉਣ। ਰੋਲਿੰਗ ਐਮਰਜੈਂਸੀ ਰੂਮ ਬੰਦ ਹੋਣ ਤੋਂ ਤੰਗ ਆ ਕੇ ਕੁਝ ਪੇਂਡੂ BC ਮੇਅਰ ਪ੍ਰਾਂਤ ਨੂੰ ਸਿਹਤ ਕਰਮਚਾਰੀਆਂ ਲਈ ਵੈਕਸੀਨ ਦੇ ਆਦੇਸ਼ ਨੂੰ ਖਤਮ ਕਰਨ ਲਈ ਕਹਿ ਰਹੇ ਹਨ, ਤਾਂ ਜੋ ਕਿ ਨਰਸਾਂ ਨੂੰ ਨੌਕਰੀ ਤੇ ਵਾਪਸ ਲਿਆਇਆ ਜਾ ਸਕੇ।
ਹਾਲਾਂਕਿ ਹੈਲਥ ਮਿਨਿਸਟਰ ਏਡਰੀਨ ਡਿਕਸ ਨੇ ਇਸ ਦੀ ਸੰਭਾਵਨਾ ਘੱਟ ਦੱਸੀ ਹੈ, ਪਰ ਉਹ ਹੋਰ ਰਾਸਤੇ ਕੱਢਣ ਵਿੱਚ ਰੁਚੀ ਰੱਖਦੇ ਹਨ। ਮੈਰਿਟ ਮੇਅਰ ਮਾਈਕਲ ਗੋਇਟਸ ਨੇ ਕਿਹਾ ਕਿ ਨਿਕੋਲਾ ਵੈਲੀ ਹਸਪਤਾਲ ਕ੍ਰਿਸਮਸ ਤੋਂ ਬਾਅਦ 4 ਵਾਰ ਅਸਥਾਈ ਤੌਰ ਤੇ ਬੰਦ ਕੀਤਾ ਗਿਆ ਸੀ। ਉਸਨੇ ਕਿਹਾ ਕਿ ਕੋਕੀਹਾਲਾ ਹਾਈਵੇ ਤੇ ਮੈਰਿਟ ਤੋਂ ਰੋਜ਼ਾਨਾ 80,000 ਵਾਹਨ ਲੰਘਦੇ ਹਨ। ਰਾਹ ਤੇ ਹਮੇਸ਼ਾ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਜਿੱਥੇ ਕਿਸੇ ਨੂੰ ਹਸਪਤਾਲ ਜਾਣਾ ਪੈ ਸਕਦਾ ਹੈ। ਜੇਕਰ ER ਬੰਦ ਹੈ ਤਾਂ ਉਹਨਾਂ ਨੂੰ ਕੈਮਲੂਪਸ ਜਾਂ ਕਿਲੋਨਾ ਜਾਣਾ ਪਵੇਗਾ। ਗੋਇਟਸ BC ਦੇ 37 ਮੇਅਰਾਂ ਵਿੱਚੋਂ ਇੱਕ ਹਨ। ਰੂਰਲ ਹੈਲਥ ਕੇਅਰ ਅਲਾਈਅੰਸ ਇੱਕ ਸਮੂਹ ਜਿਸ ਦਾ ਉਦੇਸ਼ ਹੈਲਥ ਕੇਅਰ ਦੀ ਘਾਟ ਤੇ ਹੱਲ ਲਈ ਸਿਹਤ ਮੰਤਰਾਲੇ ਨੂੰ ਅੱਗੇ ਵਧਾਉਣ ਲਈ ਇੱਕ ਸਮੂਹਕ ਆਵਾਜ਼ ਪੇਸ਼ ਕਰਨਾ ਹੈ। ਸੋਮਵਾਰ ਨੂੰ ਮੇਅਰਾਂ ਅਤੇ ਅੰਦਰੂਨੀ ਸਿਹਤ ਅਥਾਰਟੀ ਦੇ ਅਧਿਕਾਰੀਆਂ ਵਿਚਕਾਰ ਇੱਕ ਕਾਨਫਰੰਸ ਕਾਲ ਦੇ ਦੌਰਾਨ ਗੋਇਟਸ ਨੇ ਕਿਹਾ ਕਿ ਪੁੱਛੇ ਗਏ ਪਿਛਲੇ ਪ੍ਰਸ਼ਨਾਂ ਵਿੱਚੋਂ ਇੱਕ ਕਿ ਅਸੀਂ ਨਰਸਾਂ ਲਈ ਵੈਕਸੀਨ ਦੇ ਆਦੇਸ਼ ਨੂੰ ਚੁੱਕਦੇ ਵੇਖ ਸਕਦੇ ਹਾਂ ਜਾਂ ਨਹੀਂ। BC ਸਿਹਤ ਕਰਮਚਾਰੀਆਂ ਲਈ ਵੈਕਸੀਨ ਦੇ ਆਦੇਸ਼ਾਂ ਨੂੰ ਕਾਇਮ ਰੱਖਣ ਵਾਲੇ ਕੁਝ ਸੂਬਿਆਂ ਵਿੱਚੋਂ ਇੱਕ ਹੈ। ਪ੍ਰੋਵਿੰਸ਼ੀਅਲ ਪਬਲਿਕ ਹੈਲਥ ਆਰਡਰ ਲਈ BC ਵਿੱਚ ਹਸਪਤਾਲਾਂ, ਲੰਬੇ ਸਮੇਂ ਦੇ ਦੇਖਭਾਲ ਘਰਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਲਗਭਗ 1,90,000 ਸਿਹਤ ਸੰਭਾਲ ਕਰਮਚਾਰੀਆਂ ਦੀ ਲੋੜ ਪੈਂਦੀ ਹੈ। COVID-19 ਲਈ ਟੀਕਾਕਰਨ ਕੀਤਾ ਜਾਣਾ BC ਪਬਲਿਕ ਸਰਵਿਸ ਏਜੰਸੀ ਨੂੰ ਵੀ ਆਪਣੇ 30,000 ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੁੰਦੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਹਸਪਤਾਲਾਂ ਵਿੱਚ ਲਗਭਗ 2500 ਸਿਹਤ ਸੰਭਾਲ ਕਰਮਚਾਰੀਆਂ ਨੂੰ COVID-19 ਦੇ ਵਿਰੁੱਧ ਟੀਕਾਕਰਨ ਨਾ ਕੀਤੇ ਜਾਣ ਕਾਰਨ ਬਰਖਾਸਤ ਕਰ ਦਿੱਤਾ ਗਿਆ ਸੀ। ਉਹਨਾਂ ਵਿੱਚੋਂ ਲਗਭਗ ਅੱਧੇ ਦੇ ਅੰਦਰੂਨੀ ਅਤੇ ਉੱਤਰੀ ਸਿਹਤ ਅਥਾਰਟੀਆਂ ਵਿੱਚ ਕੰਮ ਕੀਤਾ, ਜਿੱਥੇ ਸਟਾਫ ਦੀ ਘਾਟ ਨੇ ਐਮਰਜੈਂਸੀ ਕਮਰਿਆਂ ਨੂੰ ਲਗਾਤਾਰ ਬੰਦ ਕਰਨ ਲਈ ਮਜਬੂਰ ਕਰ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇੱਕ ਅਜਿਹੀ ਜਾਣਕਾਰੀ ਸਾਹਮਣੇ ਹੈ ਜਿੱਥੇ ਗ੍ਰੀਨ ਪਾਰਟੀ ਵੱਲੋਂ ਦੂਸਰੇ ਲੀਡਰ ਦਾ ਐਲਾਨ ਕੀਤਾ ਗਿਆ। ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਉਹਨਾਂ ਦਾ ਨਾਮ ਵੀ ਸਾਂਝਾ ਕੀਤਾ ਗਿਆ। ਕਿਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। BC ਗ੍ਰੀਨਸ ਨੇ ਸੋਮਵਾਰ ਯਾਨੀ 23 ਜਨਵਰੀ ਨੂੰ ਘੋਸ਼ਣਾ ਕੀਤੀ ਕਿ ਸੰਜੀਵ ਗਾਂਧੀ ਇੱਕ ਸਾਬਕਾ ਬੱਚਿਆਂ ਦੇ ਸਰਜਨ ਲੀਜ਼ਾ ਗਰਡਜ਼ਨ ਦੇ ਨਾਲ ਉਹਨਾਂ ਦੀ ਪਾਰਟੀ ਦੇ ਦੂਜੇ ਉਪ ਨੇਤਾ ਹੋਣਗੇ। ਗਾਂਧੀ ਨੇ BC ਵਿੱਚ ਬਾਲ ਚਿਕਿਤਸਕ, ਕਾਰਡੀਓਵੈਸਕੂਲਰ ਅਤੇ ਕ੍ਰੋਜ਼ਮਿਕ ਸਰਜਰੀ ਦੇ ਮੁਖੀ ਵਜੋਂ ਕੰਮ ਕਰਨ ਤੋਂ ਬਾਅਦ ਆਪਣਾ ਇਹ ਅਹੁਦਾ ਸੰਭਾਲਿਆ ਹੈ। ਚਿਲਡਰਨ ਹਸਪਤਾਲ ਅਤੇ UBC ਸਕੂਲ ਆਫ ਮੈਡੀਸਿਨ ਵਿੱਚ ਸਰਜਰੀ ਦੇ ਇੱਕ ਕਲੀਨਿਕਲ ਪ੍ਰੋਫੈਸਰ ਵਜੋਂ ਗਾਂਧੀ ਦਾ ਕਹਿਣਾ ਹੈ ਕਿ ਸਿਹਤ ਸੰਭਾਲ ਲੋਕਾਂ ਦੀਆਂ ਚਿੰਤਾਵਾਂ ਵਿੱਚ ਸਭ ਤੋਂ ਅੱਗੇ ਹੈ। ਉਹ BC ਦੇ ਲੋਕਾਂ ਲਈ ਲੜਨਗੇ ਉਸੇ ਊਰਜਾ ਨਾਲ ਜੋ ਉਹਨਾਂ ਨੇ ਬਿਮਾਰ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਦਿੰਦੀ ਸੀ। ਉਹਨਾਂ ਨੇ ਆਪਣੀ ਸਥਿਤੀ ਦਾ ਐਲਾਨ ਕਰਦੇ ਹੋਏ ਇੱਕ ਸਮਾਗਮ ਦੌਰਾਨ ਕਿਹਾ, ਫਿਲਹਾਲ ਗਾਂਧੀ ਸਿਹਤ ਸੰਭਾਲ, ਸਿਹਤ ਨੀਤੀ ਅਤੇ ਮਹਾਮਾਰੀ ਉੱਤੇ ਬੁਲਾਰੇ ਵਜੋਂ ਵਿਧਾਨ ਸਭਾ ਤੋਂ ਬਾਹਰ ਲੜਨਗੇ। ਗਾਂਧੀ ਨੇ ਕਿਹਾ ਕਿ ਉਹਨਾਂ ਨੇ ਆਪਣੀ ਪਿਛਲੀ ਨੌਕਰੀ ਆਪਣੀ ਮਰਜ਼ੀ ਨਾਲ ਛੱਡ ਦਿੱਤੀ ਸੀ, ਪਰ ਹੋਰ ਕਾਰਕਾਂ ਦਾ ਵੀ ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਉਹ ਹੁਣ BC ਦਾ ਹਿੱਸਾ ਬਣ ਗਏ ਨੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਇੱਕ ਸਿਆਸਤਦਾਨ ਨੇ। ਇਹ ਦੁਨੀਆ ਦਾ ਸਭ ਤੋਂ ਵਧੀਆ ਕੰਮ ਸੀ, ਪਰ ਪਿਛਲੇ ਕਈ ਸਾਲਾਂ ਤੋਂ ਦਵਾਈ ਇੱਕ ਹੋਰ ਔਖਾ ਪੇਸ਼ਾ ਬਣ ਗਿਆ। ਉਹਨਾਂ ਦਾ ਇਹ ਕਹਿਣਾ ਹੈ, ਕੰਮ ਵਾਲੀ ਥਾਂ ਘੱਟ ਦੋਸਤਾਨਾ ਬਣ ਗਈਆਂ ਸਨ। ਕੰਮ ਵਾਲੀ ਥਾਂ ਉੱਤੇ ਜ਼ਹਿਰੀਲਾਪਣ ਬਹੁਤ ਜ਼ਿਆਦਾ ਹੋ ਸਕਦਾ ਹੈ ਅਤੇ ਇੱਥੋਂ ਤੱਕ ਕਿ ਇੱਕ ਹੰਕਾਰੀ ਟੈਸਟੋਸਟੇਰੋਨ ਦੁਆਰਾ ਚਲਾਏ ਗਏ ਦਿਲ ਦੇ ਸਰਜਨ ਲਈ ਇਹ ਤੰਦਰੁਸਤੀ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗਾਂਧੀ, ਜੋ ਕਿ ਸੋਸ਼ਲ ਮੀਡੀਆ ਉੱਤੇ ਸੂਬਾਈ ਸਿਹਤ ਨੀਤੀ ਦੀ ਅਕਸਰ ਆਲੋਚਨਾ ਕਰਦੇ ਨੇ, ਉਹਨਾਂ ਨੇ ਸੋਮਵਾਰ ਨੂੰ ਪੁੱਛੇ ਜਾਣ ਉੱਤੇ ਵੀ ਪਿੱਛੇ ਨਹੀਂ ਹਟੇ। ਉਹਨਾਂ ਨੇ ਕਿਹਾ ਕਿ ਇਹ ਨਹੀਂ ਸਮਝਦੇ ਕਿ ਬ੍ਰਿਟਿਸ਼ ਕੋਲੰਬੀਆ ਡਾਕਟਰ ਸਹਾਇਕਾਂ ਲਈ ਰੁਕਾਵਟਾਂ ਨੂੰ ਘੱਟ ਕਿਉਂ ਨਹੀਂ ਕਰ ਸਕਦਾ, ਜਿਨ੍ਹਾਂ ਨੂੰ ਸੂਬੇ ਵਿੱਚ ਹਰ ਥਾਂ ਕੰਮ ਕਰਨਾ ਚਾਹੀਦਾ ਹੈ, ਨਾ ਕਿ ਪੇਂਡੂ ਖੇਤਰਾਂ ਵਿੱਚ। ਉਹਨਾਂ ਨੇ ਸੂਬਾਈ ਸਰਕਾਰ ਨੂੰ ਆਪਣੀ ਜਨਤਕ ਸਿੱਖਿਆ ਮੁਹਿੰਮ ਵਿੱਚ ਸੁਧਾਰ ਕਰਨ ਦੀ ਲੋੜ ਨੂੰ ਵੀ ਕਿਹਾ, ਇਹ ਨੋਟ ਕਰਦੇ ਹੋਏ ਕਿ ਮਹਾਮਾਰੀ ਹਾਲੇ ਖਤਮ ਨਹੀਂ ਹੋਈ ਹੈ। ਉਹਨਾਂ ਨੇ ਸਾਰੇ ਸਕੂਲਾਂ ਵਿੱਚ 에ਅਰ ਫਿਲਟਰਾਂ ਦੀ ਵੀ ਮੰਗ ਕੀਤੀ ਹੈ ਤੇ ਨਾਲ ਹੀ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਆਖਿਰ ਮਾਸਕ ਇੱਕ ਸਿਆਸੀ ਮੁੱਦਾ ਕਿਉਂ ਬਣਦਾ ਜਾ ਰਿਹਾ ਹੈ। ਮੌਂਟਰੀਅਲ ਦੇ ਕਿਊਬਿਕ ਦੇ ਵਿੱਚ ਮੈਟਰੋ ਸੇਵਾਵਾਂ ਵਧਾਉਣ ਦੀ
ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਉਪਰਾਲੇ ਦੇ ਬਾਰੇ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ। ਕਿੰਨਾ ਪੈਸਾ ਖਰਚ ਕੀਤਾ ਜਾਵੇਗਾ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਮੌਂਟਰੀਅਲ ਅਤੇ ਕਿਊਬੈਕ ਮੈਟਰੋ ਸੇਵਾਵਾਂ ਵਿੱਚ $565 ਮਿਲੀਅਨ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ। ਜਿਹਾ ਇਹ ਪੈਸਾ ਬਲੂ ਲਾਈਨ ਨੂੰ ਨਵੀਂ ਰੇਲ ਕੰਟਰੋਲ ਪ੍ਰਣਾਲੀ ਨਾਲ ਲੈਸ ਕਰੇਗਾ। ਮੌਂਟਰੀਅਲ ਦੀ ਮੇਅਰ ਵੈਲਰੀ ਪਲਾਂਟੇ ਅਤੇ ਟਰਾਂਸਪੋਰਟ ਮੰਤਰੀ ਜੈਨੇਵੀਵ ਗਿਲਬੋਟਨ ਨੇ STM ਦੇ ਮੈਟਰੋ ਗੈਰੇਜ ਵਿੱਚ ਇਹ ਐਲਾਨ ਕੀਤਾ। ਗਿਲਬੋਟਨ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਦਾ ਉਦੇਸ਼ ਰੇਲ ਗੱਡੀਆਂ ਅਤੇ ਉਹਨਾਂ ਦੀ ਗਤੀ ਤੇ ਟਰੈਕ ਵਿੱਚ ਤਬਦੀਲੀਆਂ ਵਿਚਕਾਰ ਜਗ੍ਹਾ ਦਾ ਬਿਹਤਰ ਪ੍ਰਬੰਧਨ ਕਰਨਾ ਹੈ। ਮੌਂਟਰੀਅਲ ਮੈਟਰੋ ਦੇ ਰੱਖ-ਰਖਾਓ ਅਤੇ ਵਿਕਾਸ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਨਾਗਰਿਕਾਂ ਲਈ ਗੁਣਵੱਤਾ ਸੇਵਾ ਅਤੇ ਸਾਡੇ ਬੁਨਿਆਦੀ ਢਾਂਚੇ ਦੀ ਸਥਿਤੀ ਨੂੰ ਯਕੀਨੀ ਬਣਾਉਣਾ। ਨਵੀਂ ਰੇਲ ਕੰਟਰੋਲ ਪ੍ਰਣਾਲੀ ਸੇਵਾ ਨੂੰ ਅਨੁਕੂਲ ਬਣਾਉਣ ਲਈ ਸੰਭਵ ਬਣਾਵੇਗੀ। ਨਵੀਂ ਟੈਕਨੋਲੋਜੀ ਬਾਅਦ ਵਿੱਚ ਬਲੂ ਲਾਈਨ ਤੋਂ ਗ੍ਰੀਨ, ਔਰੇਂਜ ਅਤੇ ਯੈਲੋ ਲਾਈਨਾਂ ਵਿੱਚ ਵੀ ਫੈਲ ਜਾਵੇਗੀ। ਕਿਊਬਿਕ $65 ਮਿਲੀਅਨ ਵਿੱਚ STM ਚਿਪਿੰਗ ਦੇ ਨਾਲ ਸੁਧਾਰਾਂ ਲਈ $296 ਮਿਲੀਅਨ ਦਾ ਭੁਗਤਾਨ ਕਰੇਗਾ। railsystem.net ਜਾਣਕਾਰੀ ਸਾਈਟ ਉੱਤੇ ਸਿਸਟਮ ਦਾ ਵੇਰਵਾ ਪੜ੍ਹਦਾ ਹੈ ਕਿ CBTC ਪ੍ਰਣਾਲੀਆਂ ਦੁਆਰਾ ਰੇਲ ਗੱਡੀ ਦੀ ਸਹੀ ਸਥਿਤੀ ਨੂੰ ਰਵਾਇਤੀ ਸਿਗਨਲ ਪ੍ਰਣਾਲੀਆਂ ਨਾਲੋਂ ਵਧੇਰੇ ਸਹੀ ਢੰਗ ਨਾਲ ਜਾਣਿਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਰੇਲਵੇ ਟ੍ਰੈਫਿਕ ਦਾ ਪ੍ਰਬੰਧਨ ਕਰਨ ਲਈ ਇੱਕ ਵਧੇਰੇ ਕੁਸ਼ਲ ਅਤੇ ਸੁਰੱਖਿਅਤ ਢੰਗ ਮਿਲਦਾ ਹੈ। ਮੈਟਰੋਜ਼ ਅਤੇ ਹੋਰ ਰੇਲਵੇ ਪ੍ਰਣਾਲੀਆਂ ਸੁਰੱਖਿਆ ਨੂੰ ਬਣਾਈ ਰੱਖਣ ਜਾਂ ਫਿਰ ਇੱਥੋਂ ਤੱਕ ਕਿ ਸੁਧਾਰ ਕਰਨ ਦੇ ਨਾਲ-ਨਾਲ ਅੱਗੇ ਵਧਣ ਦੇ ਵੀ ਯੋਗ ਨੇ। ਸ਼ਹਿਰ ਨੇ ਅੱਗੇ ਕਿਹਾ ਕਿ ਬਲੂ ਲਾਈਨ ਐਕਸਟੈਂਸ਼ਨ ਪ੍ਰੋਜੈਕਟ ਜਾਰੀ ਹੈ ਅਤੇ ਇਸ ਵਿੱਚ 5 ਹੋਰ ਸਟੇਸ਼ਨ ਸ਼ਾਮਿਲ ਹੋਣਗੇ ਜੋ ਪੂਰਬ ਵੱਲ ਅੰਜੂਬੋਰੋ ਵੱਲ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਇਹ ਪ੍ਰੋਜੈਕਟ 2029 ਵਿੱਚ ਪੂਰਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਮੌਂਟਰੀਅਲ ਦੇ ਮੇਅਰ ਨੇ ਕਿਹਾ ਕਿ ਨਵਾਂ ਕੰਟਰੋਲ ਸਿਸਟਮ ਮੈਟਰੋ ਦੇ ਆਧੁਨਿਕੀਕਰਨ ਲਈ ਇੱਕ ਪਹਿਲਾ ਕਦਮ ਹੈ। ਨੀਲੀ ਲਾਈਨ ਦੇ ਵਿਸਤਾਰ ਦਾ ਇਹ ਜ਼ਰੂਰੀ ਤੱਤ ਉਹਨਾਂ ਨੂੰ ਇੱਕ ਅਜਿਹਾ ਨੈਟਵਰਕ ਵਿਕਸਿਤ ਕਰਨ ਦੀ ਵੀ ਆਗਿਆ ਦੇਵੇਗਾ ਜੋ ਕਦੇ ਵੀ ਵਧੇਰੇ ਕੁਸ਼ਲ ਅਤੇ ਟੈਕਨੋਲੋਜੀ ਦੇ ਅਤੇ ਆਧੁਨਿਕ ਕਿਨਾਰੇ ਉੱਤੇ ਹੈ। ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਪਹਿਲਾਂ ਵੀ ਕਈ ਵਾਰ ਉਹਨਾਂ ਵੱਲੋਂ ਵਾਧੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੈਂਕ ਵੱਲੋਂ ਲਗਾਤਾਰ ਇਸ ਬਾਰੇ ਇਹੀ ਦੱਸਿਆ ਜਾ ਰਿਹਾ ਹੈ ਕਿ ਵੱਧ ਰਹੀ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਸੰਬੰਧੀ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ, ਬੈਂਕ ਆਫ ਕੈਨੇਡਾ ਨੇ ਅੱਜ ਮਹਿੰਗਾਈ ਨੂੰ ਠੰਡਾ ਕਰਨ ਦੀ ਲਗਾਤਾਰ ਕੋਸ਼ਿਸ਼ ਵਿੱਚ ਮੁੱਖ ਵਿਆਜ ਦੀ ਦਰ ਨੂੰ 25 ਆਧਾਰ ਅੰਕ ਵਧਾ ਕੇ 4.50% ਕਰ ਦਿੱਤਾ ਹੈ। ਪਰ ਆਰਥਿਕਤਾ ਕਿਵੇਂ ਪ੍ਰਤੀਕਿਰਿਆ ਕਰਦੀ ਹੈ, ਇਸ ਤੇ ਨਿਰਭਰ ਕਰਦਿਆਂ ਇੱਕ ਵਿਰਾਮ ਆ ਸਕਦਾ ਹੈ। ਦੇਸ਼ ਦੇ ਰਾਸ਼ਟਰੀ ਬੈਂਕ ਦਾ ਕਹਿਣਾ ਹੈ ਕਿ ਹਾਲਾਂਕਿ ਮਹਿੰਗਾਈ ਜੂਨ ਵਿੱਚ 8.1% ਤੋਂ ਘਟ ਕੇ ਦਸੰਬਰ ਵਿੱਚ 6.3% ਹੋ ਗਈ ਹੈ, ਜੋ ਕਿ ਵੱਡੇ ਤੌਰ ਤੇ ਗੈਸੋਲੀਨ ਦੀਆਂ ਕੀਮਤਾਂ ਘੱਟ ਹੋਣ ਦੇ ਕਾਰਨ ਹੈ। ਕੈਨੇਡੀਅਨ ਅਜੇ ਵੀ ਭੋਜਨ ਅਤੇ ਆਸਰਾ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਉੱਚ ਜ਼ਰੂਰੀ ਘਰੇਲੂ ਖਰਚਿਆਂ ਦੀ ਮੁਸ਼ਕਿਲ ਮਹਿਸੂਸ ਕਰ ਰਹੇ ਹਨ। ਹਾਲਾਂਕਿ ਇਸ ਗੱਲ ਦੇ ਵੱਧ ਰਹੇ ਸਬੂਤ ਹਨ ਕਿ ਪ੍ਰਤੀਬੰਧਿਤ ਮੁਦਰਾ ਨੀਤੀ ਗਤੀਵਿਧੀ ਨੂੰ ਹੌਲੀ ਕਰ ਰਹੀ ਹੈ, ਖਾਸ ਕਰਕੇ ਘਰੇਲੂ ਖਰਚਿਆਂ ਦੇ ਮਾਮਲੇ ਵਿੱਚ। ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ 2022 ਦੀ ਪਹਿਲੀ ਛਿਮਾਹੀ ਤੋਂ ਖਪਤ ਵਿੱਚ ਵਾਧਾ ਹੋਇਆ ਹੈ ਅਤੇ ਹਾਊਸਿੰਗ ਮਾਰਕੀਟ ਗਤੀਵਿਧੀ ਵਿੱਚ ਕਾਫੀ ਗਿਰਾਵਟ ਆਈ ਹੈ। ਜਿਵੇਂ ਕਿ ਵਿਆਜ ਦਰਾਂ ਵਿੱਚ ਵਾਧੇ ਦੇ ਪ੍ਰਭਾਵ ਅਰਥਚਾਰੇ ਵਿੱਚ ਕੰਮ ਕਰਦੇ ਰਹਿੰਦੇ ਹਨ, ਉਪਯੋਗਤਾ ਸੇਵਾਵਾਂ ਅਤੇ ਕਾਰੋਬਾਰੀ ਨਿਵੇਸ਼ ਤੇ ਖਰਚ ਹੌਲੀ ਹੋਣ ਦੀ ਉਮੀਦ ਹੈ। ਇਸ ਦੌਰਾਨ ਕਮਜ਼ੋਰ ਵਿਦੇਸ਼ੀ ਮੰਗ ਸੰਭਾਵਿਤ ਤੌਰ ਤੇ ਬਰਾਮਦ ਤੇ ਭਾਰ ਪਾਵੇਗੀ। ਗਤੀਵਿਧੀ ਵਿੱਚ ਇਹ ਸਮੁੱਚੀ ਮੰਦੀ ਸਪਲਾਈ ਨੂੰ ਮੰਗ ਦੇ ਨਾਲ ਫੜਨ ਦੀ ਆਗਿਆ ਦੇਵੇਗੀ। ਬੈਂਕ ਆਫ ਕੈਨੇਡਾ ਦੀਆਂ ਥੋੜੇ ਸਮੇਂ ਦੀ ਮਹਿੰਗਾਈ ਦੀਆਂ ਉਮੀਦਾਂ ਉੱਚੀਆਂ ਰਹਿੰਦੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਰ ਮੁਦਰਾ ਸਫੀਤੀ ਦੇ ਨਾਲ ਸਾਲ ਦਰ ਸਾਲ ਉਪਾਅ ਅਜੇ ਵੀ 5% ਦੇ ਆਸ-ਪਾਸ ਹਨ, ਪਰ ਕੋਰ ਮਹਿੰਗਾਈ ਦੇ 3 ਮਹੀਨੇ ਦੇ ਉਪਾਅ ਹੇਠਾਂ ਆ ਗਏ ਹਨ, ਜੋ ਸੁਝਾਅ ਦਿੰਦੇ ਹਨ ਕਿ ਕੋਰ ਮਹਿੰਗਾਈ ਸਿਖਰ ਤੇ ਪਹੁੰਚ ਗਈ ਹੈ। ਇਸ ਸਾਲ ਮਹਿੰਗਾਈ ਦੀ ਦਰ ਵੀ ਕਾਫੀ ਹੇਠਾਂ ਆਉਣ ਦਾ ਅਨੁਮਾਨ ਹੈ। ਘੱਟ ਊਰਜਾ ਕੀਮਤਾਂ, ਗਲੋਬਲ ਸਪਲਾਈ ਦੀਆਂ ਸਥਿਤੀਆਂ ਵਿੱਚ ਸੁਧਾਰ ਅਤੇ ਮੰਗ ਤੇ ਉੱਚ ਵਿਆਜ ਦੀਆਂ ਦਰਾਂ ਤੇ ਪ੍ਰਭਾਵ ਨਾਲ ਇਸ ਸਾਲ ਦੇ ਮੱਧ ਵਿੱਚ
CPI ਮਹਿੰਗਾਈ ਨੂੰ 3% ਤੱਕ ਹੇਠਾਂ ਲਿਆਉਣ ਅਤੇ 2024 ਵਿੱਚ 2% ਦੇ ਟੀਚੇ ਤੇ ਵਾਪਸ ਆਉਣ ਦੀ ਉਮੀਦ ਕਰਦਾ ਹੈ। ਬੈਂਕ ਨੇ ਕਿਹਾ ਕਿ ਗਲੋਬਲ ਮਹਿੰਗਾਈ ਉੱਚ ਅਤੇ ਵਿਆਪਕ ਆਧਾਰ ਤੇ ਬਣੀ ਹੋਈ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਮਹਿੰਗਾਈ ਹੇਠਾਂ ਆ ਰਹੀ ਹੈ, ਜੋ ਕਿ ਮੁੱਖ ਤੌਰ ਤੇ ਘੱਟ ਊਰਜਾ ਕੀਮਤਾਂ ਦੇ ਨਾਲ-ਨਾਲ ਗਲੋਬਲ ਸਪਲਾਈ ਚੇਨਾਂ ਵਿੱਚ ਸੁਧਾਰ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਿੰਨੇ PR ਦੇ ਸੱਦੇ ਹੋਈ ਜਾਰੀ 3 ਸੂਬਿਆਂ ਵੱਲੋਂ ਡਰਾ ਦਾ ਐਲਾਨ। ਬ੍ਰਿਟਿਸ਼ ਕੋਲੰਬੀਆ ਨੂੰ ਕਿਉਂ ਛੱਡ ਰਹੇ ਨੇ ਲੋਕ? 28,000 ਲੋਕਾਂ ਨੇ ਛੱਡਿਆ ਸੂਬਾ। ਟਰੂਡੋ ਤੇ ਲੱਗੇ ਇਲਜ਼ਾਮ, ਸਰਕਾਰ ਤੇ ਉੱਠੇ ਕਈ ਸਵਾਲ। ਟਰੂਡੋ ਨੇ ਕਿਸੇ ਸਾਦੀ ਨਿਸ਼ਾਨੇ ਗਲਤ ਜਾਣਕਾਰੀ ਦਾ ਲਗਾਇਆ ਦੋਸ਼। 85 ਵਾਹਨਾਂ ਦੀ ਹੋਈ ਭਿਆਨਕ ਟੱਕਰ, 21 ਵਿਅਕਤੀ ਹੋਏ ਹਾਦਸੇ ਵਿੱਚ ਜ਼ਖਮੀ। 16 ਸੈਂਟੀਮੀਟਰ ਤੱਕ ਹੋਈ ਬਰਫ਼ਬਾਰੀ, ਇੱਕ ਵਾਰ ਫਿਰ ਉਡਾਨਾਂ ਰੱਦ, ਜਨਜੀਵਨ ਹੋਇਆ ਪ੍ਰਭਾਵਿਤ। 900 ਮਿਲੀਅਨ ਲੋਕ ਆਉਣਗੇ ਕੈਨੇਡਾ ਜਾਂ ਫਿਰ ਅਮਰੀਕਾ, ਇਮੀਗ੍ਰੈਂਟਸ ਦੀ ਪਸੰਦ ਬਣਿਆ ਕੈਨੇਡਾ। ਖਾਲੀ ਨੌਕਰੀਆਂ ਵਿੱਚ ਆਈ ਗਿਰਾਵਟ, 2.4% ਦਾ ਅੰਕੜਾ ਕੀਤਾ ਗਿਆ ਸਾਂਝਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।